मेरा आरोप वीपी सिंह ਦੇ ਉੱਤੇ ਹੈਗਾ। ਮੇਰਾ ਇਨ-ਲॉज ਦੇ ਨਾਲ ਡਿਸਪਿਊਟ ਸੀਗਾ ਜਿਹਦੀ ਮੈਂ ਐਪਲੀਕੇਸ਼ਨ ਦਿੱਤੀ। ਇਹਨੇ ਹੈਲਪ ਕਰਨ ਦੇ ਬਹਾਨੇ ਮੈਨੂੰ ਮਤਲਬ ਮੋਲੈਸਟ ਕੀਤਾ, ਰੇਪ ਕਰਨ ਦੀ ਕੋਸ਼ਿਸ਼ ਕੀਤੀ। ਇਹਨੇ ਜ਼ੋਰ ਜ਼ਬਰਦਸਤੀ ਕੀਤੀ। ਈਵਨ ਦੈਨ ਇਹ ਕੱਪੜੇ ਫਾੜਨ ਤੱਕ ਮੇਰੇ ਨਾਲ ਗਿਆ। ਫਿਰ ਰਿਵਾਲਵਰ ਕੱਢਿਆ, ਮੈਨੂੰ ਧਮਕਾਇਆ। ਜਿਹੜੇ ਜਿਹੜੇ ਲੋਕਾਂ ਤੋਂ ਇਹਨੇ ਮੈਨੂੰ ਚੇਜ਼ ਕਰਾਉਣ ਦੀ ਕੋਸ਼ਿਸ਼ ਕੀਤੀ, ਗੱਡੀਆਂ ਮੇਰੇ ਪਿੱਛੇ ਲਾਈਆਂ। ਮੈਂ ਸਕੂਟੀ 'ਤੇ ਆ ਰਹੀ ਹਾਂ ਤੇ ਉਹ ਗੱਡੀਆਂ ਦੇ ਨੰਬਰ ਮੈਂ ਉਸੇ ਵੇਲੇ ਡੀਜੀਪੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ, ਸਰ ਮੈਨੂੰ ਚੇਸ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਮੇਰੀ ਜਾਨ ਨੂੰ ਖਤਰਾ ਹੈ। ਇਹਨੇ ਉਸ ਮੁੰਡੇ ਨੇ ਇਹ ਆਪਣੇ ਹੱਥਾਂ ਨਾਲ ਵੀ ਲਿਖ ਕੇ ਦਿੱਤਾ ਕਿ ਹਾਂ ਮੈਨੂੰ ਵੀਪੀ ਸਿੰਘ ਨੇ ਇਹ ਚੀਜ਼ ਕਹੀ ਸੀ ਕਿ ਤੈਨੂੰ ਤੇ ਕੁੜੀ ਤੋਂ ਮੈਂ ਤੇਰੇ ਤੋਂ ਮਰਵਾਉਣਾ ਹੈ। ਮੈਂ 3 ਮਹੀਨੇ ਕਦੇ ਥਾਣੇ 'ਚ ਜਾ ਰਹੀ ਹਾਂ, ਕਦੇ ਹਾਈ ਕੋਰਟ 'ਚ ਐਪਲੀਕੇਸ਼ਨ ਮੂਵ ਕਰ ਰਹੀ ਹਾਂ, ਸਰ ਮੇਰਾ ਪਰਚਾ ਨਹੀਂ ਹੋ ਰਿਹਾ। ਪੁਲਿਸ ਨੇ ਮੇਰਾ ਹੁਣ ਤੱਕ ਕੋਈ ਵੀ ਫੇਵਰ ਨਹੀਂ ਕੀਤਾ। ਵੀਪੀ ਸਿੰਘ ਕੌਣ ਨੇ, ਕੀ ਰਸੂਖ ਆ ਉਹਨਾਂ ਦਾ, ਕਿਉਂ ਇੰਨਾ ਪੁਲਿਸ ਜਿਹੜਾ ਹੈ ਦਬਾਅ ਦੇ ਵਿੱਚ ਹੈ ਕਿ ਤੁਹਾਡੀ ਸੁਣਵਾਈ ਨਹੀਂ ਹੁੰਦੀ? ਇਹਦੀ ਇੱਕ ਪੁਲ ਥੱਲੇ ਇੱਕ ਕਾਰ ਮਕੈਨਿਕ ਦੀ ਸ਼ਾਪ ਸੀਗੀ। ਹੌਲੀ ਹੌਲੀ ਇਹਨੇ ਦਲਾਲੀਆਂ ਸ਼ੁਰੂ ਕੀਤੀਆਂ ਅਫਸਰਾਂ ਦੀਆਂ। ਮੈਂ ਤੁਹਾਨੂੰ ਇਹ ਦੱਸਦੀ ਹਾਂ ਵੀ ਇਹਦਾ ਇਨਫਲੂਐਂਸਿੰਗ ਹੋਣਾ ਵਿਦ ਪ੍ਰੂਫ ਅਸੀਂ ਹਾਈ ਕੋਰਟ ਦੇ ਵਿੱਚ ਮੂਵ ਕਰ ਚੁੱਕੇ ਹਾਂ। ਹਰ ਇੱਕ ਅਫਸਰ ਦੇ ਨਾਲ ਇਹਦੇ ਲਿੰਕ ਨੇ, ਉਹਦੇ ਨਾਲ ਫੋਟੋਆਂ ਨੇ। ਇਹਦੀ ਕੁੜੀ ਦੀ ਮੈਰਿਜ ਹੋਈ ਸੀ ਜਿਹਦੇ ਵਿੱਚ ਸਾਰੇ ਅਫਸਰ ਆਏ ਸੀਗੇ। ਔਰ ਜਦੋਂ ਵੀ ਕਿਸੇ ਪੁਲਿਸ ਵਾਲੇ ਦੀ ਪ੍ਰਮੋਸ਼ਨ ਹੁੰਦੀ ਹੈ ਉਹਦੇ ਮੋਢੇ 'ਤੇ ਸਟਾਰ ਇਹ ਆਪ ਲਾਉਂਦਾ ਹੈ। ਔਰ ਬਾਕੀ ਮੈਟਰ ਬੰਦ ਹੋਇਆ, ਪ੍ਰੋਸੀਡਿੰਗਸ ਸ਼ੁਰੂ ਹੋਈਆਂ। ਉਸ ਤੋਂ ਬਾਅਦ ਗੱਲ ਆ ਗਈ ਚਟੋਪਾਧਿਆ ਡੀਜੀਪੀ 'ਤੇ। ਸਰ ਵੇਖੋ 17 ਤਰੀਕ ਨੂੰ ਆਪਣੀ ਚੇਅਰ 'ਤੇ ਬੈਠਦਾ, 18 ਨੂੰ ਕੈਂਸਲੇਸ਼ਨ ਮੂਵ ਹੋ ਜਾਂਦੀ ਹੈ। ਔਰ ਇੰਨੇ ਪਰਸਨਲ ਰਿਲੇਸ਼ਨ ਨੇ ਉਹਨਾਂ ਦੀ ਭਤੀਜੀ ਸਕੀ ਵੀਪੀ ਸਿੰਘ ਦੀ ਚਟੋਪਾਧਿਆ ਦੇ ਘਰੇ ਇਸ ਵੇਲੇ ਇਲੀਗਲ ਤੌਰ ਦੇ ਉੱਤੇ ਰਹਿ ਰਹੀ ਹੈ ਐਜ਼ ਅ ਵਾਈਫ। ਤੁਸੀਂ ਇਹ ਦੇਖੋ, ਜੇ ਤੁਹਾਨੂੰ ਲੱਗਦਾ ਹੈ ਨਾ ਕਿ ਡੀਜੀਪੀ ਦਾ ਕੋਈ ਕਸੂਰ ਨਹੀਂ ਸੀ, ਆ ਵੇਖੋ ਬਾਈ ਨੇਮ ਉਹਨੂੰ ਗਨਮੈਨ ਦਿੱਤੇ ਜਾ ਰਹੇ ਆ। 6 ਗਨਮੈਨ। ਕਿਹਨਾਂ ਨੂੰ? ਸੋਚ ਸਕਦੇ ਹੋ ਵੀਪੀ ਸਿੰਘ ਨੂੰ ਪਰਸਨਲੀ। ਤੁਸੀਂ ਇਹ ਵੇਖੋ 5 ਤਰੀਕ ਨੂੰ ਸਾਡੇ ਪੰਜਾਬ ਦੇ ਵਿੱਚ ਪੀਐਮ ਨੇ ਆਉਣਾ ਸੀਗਾ, ਮੋਦੀ ਜੀ ਨੇ। ਸਾਡੀ ਫਿਰੋਜ਼ਪੁਰ ਦੀ ਪੁਲਿਸ ਦਾ ਧਿਆਨ ਪੀਐਮ ਵੱਲ ਨਹੀਂ ਸੀਗਾ, ਮੇਰੇ ਕੇਸ ਵੱਲ ਸੀਗਾ। ਸਾਡਾ ਐਸਐਸਪੀ, ਡੀਐਸਪੀ ਤੇ ਐਸਐਚਓ ਦਾ ਕੋਈ ਸਿਕਿਉਰਿਟੀ ਲੈਪਸ ਉਹਨਾਂ ਦੀ ਵਜ੍ਹਾ ਕਰਕੇ ਹੋਇਆ ਪੀਐਮ ਮੋਦੀ ਦਾ, ਕਿਉਂਕਿ ਉਹ ਮੇਰੀ ਕੈਂਸਲੇਸ਼ਨ ਤਿਆਰ ਕਰਨ 'ਚ ਬਿਜ਼ੀ ਸੀਗੇ। ਦੇਖੋ ਉਹਨੇ ਆਪਣੀ ਲੜਕੀ ਦੀ ਮੈਰਿਜ ਕੀਤੀ ਸੀਗੀ, ਉਹਦੇ ਵਿੱਚ ਜਿਹੜੇ ਸਾਰੇ ਅਫਸਰ ਆਏ ਸੀ, ਆ ਵੇਖੋ ਕੌਣ ਹੈ ਇਹਨਾਂ 'ਚ ਵੀਪੀ ਸਿੰਘ? ਆ ਵੇਖੋ ਆ ਉੱਤੇ ਨਾਮ ਲਿਖੇ ਹੋਏ ਨੇ ਅਫਸਰਾਂ ਦੇ। ਇਹ ਸਾਰੇ ਪੁਲਿਸ ਦੇ ਅਫੀਸਰ ਨੇ? ਸਾਰੇ ਪੁਲਿਸ ਆਫਿਸਰਸ ਨੇ। ਔਰ ਆ ਵੇਖੋ ਸੁਪਰੀਮ ਕੋਰਟ ਦੇ ਆਰਡਰ ਨੇ ਸਰ ਕਿ ਇਹਨੂੰ ਇਹ ਸਰੈਂਡਰ ਕਰੂਗਾ ਆਪਦੇ ਆਪ ਨੂੰ ਤੇ ਇਨਵੈਸਟੀਗੇਸ਼ਨ ਜੁਆਇਨ ਕਰੂਗਾ। ਸੁਪਰੀਮ ਕੋਰਟ ਨੂੰ ਵੇਚ ਕੇ ਖਾਣ ਵਾਲਾ ਬੰਦਾ ਇਹ ਵੇਖ ਲਓ। ਤੇ ਵਿਦ ਸਿਕਿਉਰਿਟੀ ਮੇਰੇ ਬਿਲਕੁਲ ਘਰ ਦੇ ਸਾਹਮਣੇ ਰਹਿ ਰਿਹਾ, ਘਰ ਦੇ ਅੰਦਰ। ਉਹਨੂੰ ਵੇਖ ਲਓ, ਪੁਲਿਸ ਹੱਥ ਨਹੀਂ ਪਾ ਰਹੀ ਹਜੇ ਤੱਕ ਵੀ। ਉਹ ਕੋਰਟ ਨੂੰ ਕੁਝ ਨਹੀਂ ਸਮਝਦਾ। ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਇਹੀ ਅਪੀਲ ਕਰਦੀ ਹਾਂ ਵੀ ਸਰ ਇਹਨੂੰ ਅਰੈਸਟ ਕੀਤਾ ਜਾਵੇ। ਜਦੋਂ ਨਿੱਕੇ ਨਿੱਕੇ ਪਰਚੇ, ਜਦੋਂ ਬੰਦਾ ਭਗੌੜਾ ਹੋ ਜਾਂਦਾ ਉਹਨੂੰ ਚੱਕ ਕੇ ਅੰਦਰ ਸੁੱਟਣ ਦਾ ਤੁਸੀਂ ਆਰਡਰ ਦਿੱਤਾ ਹੈ, ਤਾਂ ਇਹਨੂੰ ਰੇਪਿਸਟ ਨੂੰ ਘਰੇ ਕਿਉਂ ਰੱਖਿਆ ਜਾ ਰਿਹਾ ਸ਼ੈਲਟਰ ਦੇ ਅੰਦਰ? ਇੰਨਾ ਕਿੰਨਾ ਕੁ ਇਨਫਲੂਐਂਸਿੰਗ ਹੈ, ਇੰਨਾ ਕਿੰਨਾ ਪੰਜਾਬ ਪੁਲਿਸ ਇਹਦੇ ਤੋਂ ਡਰਦੀ ਹੈ ਵੀ ਇਹਨੂੰ ਅਰੈਸਟ ਨਹੀਂ ਕਰ ਰਹੀ। ਇੱਕ ਸੁਪਰੀਮ ਕੋਰਟ ਦੇ ਆਰਡਰ ਨਹੀਂ ਫੋਲੋ ਕਰ ਰਿਹਾ ਇਹ। ਔਰ ਡੀਜੀਪੀ ਨੇ ਇਹਨੂੰ ਗਨਮੈਨ ਦਿੱਤੇ ਪਰਸਨਲੀ 6। ਤੁਹਾਡੇ ਨਾਲ ਕਿਵੇਂ ਸੰਪਰਕ ਹੋਇਆ ਵੀਪੀ ਸਿੰਘ? ਤੁਹਾਨੂੰ ਕਿਵੇਂ ਜਾਣਦੇ ਸੀ? ਸਰ ਜਿਹੜੇ ਅਫਸਰ ਕੋਲ ਮੇਰੀ ਇਨਕੁਆਇਰੀ ਸੀਗੀ ਨਾ, ਤੁਹਾਡਾ ਮੈਟ੍ਰੀਮੋਨੀਅਲ ਡਿਸਪਿਊਟ? ਮੇਰਾ ਮੈਟ੍ਰੀਮੋਨੀਅਲ ਡਿਸਪਿਊਟ ਸੀਗਾ। ਜਿਹੜੇ ਅਫਸਰ ਕੋਲ ਮੇਰੀ ਦਰਖਾਸਤ ਸੀਗੀ ਨਾ, ਮਤਲਬ ਐਪਲੀਕੇਸ਼ਨ ਜਿਹੜੀ ਉਹਦੇ ਕੋਲ ਮੂਵ ਹੋਈ ਸੀ, ਉਹ ਵੀਪੀ ਸਿੰਘ ਨੂੰ ਜਾਣਦੇ ਸੀਗੇ। ਮੇਰੀ ਐਪਲੀਕੇਸ਼ਨ ਮੈਨੂੰ ਕੈਂਸਲੇਸ਼ਨ ਦਾ ਉਦੋਂ ਵੀ ਪਤਾ ਲੱਗਾ ਸੀ ਵੀ ਉਹ ਅਪਰੋਚ ਕਰ ਰਹੇ ਨੇ। ਤੇ ਉਹਨਾਂ ਨੇ ਮੈਨੂੰ ਕਿਹਾ ਜੇ ਤੁਸੀਂ ਕੋਈ ਹੈਲਪ ਚਾਹੁੰਦੇ ਹੋ ਤਾਂ ਬਾਊ ਵੀਪੀ ਸਿੰਘ ਨਾਲ ਐਸਐਸਪੀ ਦੀ ਬਹੁਤ ਹੈ, ਤੁਸੀਂ ਇੱਕ ਵਾਰੀ ਉਹਨੂੰ ਰਿਕੁਐਸਟ ਕਰ ਲਓ। ਉਹਨੇ ਮੈਨੂੰ ਜਾਂਦੀ ਨੂੰ ਇਹੀ ਪੁੱਛਿਆ ਤੁਹਾਡਾ ਇਨਕਮ ਦਾ ਸੋਰਸ ਕੀ ਹੈ? ਮੈਂ ਕਿਹਾ ਵੀ ਸਰ ਹਜੇ ਤੱਕ ਤਾਂ ਮੈਂ ਹੈਲਪਲੈਸ ਹਾਂ, ਵੈਸੇ ਮੈਂ BSc ਨਰਸਿੰਗ ਕੀਤੀ ਹੋਈ ਆ। ਇਹਨੇ ਉਸੇ ਵੇਲੇ ਮੈਨੂੰ ਅਪਾਇੰਟ ਕਰਾਤਾ, ਉਸੇ ਦਿਨ ਸ਼ਾਮ ਨੂੰ 5 ਵਜੇ ਮੈਨੂੰ ਜੌਬ ਮਿਲ ਗਈ। ਮੈਂ ਥੈਂਕ ਯੂ ਕਰਨ ਗਈ
ਬੈਠ ਕੇ ਗੱਲ ਕਰਦੇ ਆ, WhatsApp ਕਾਲ ਹੀ ਕਰਨੀ ਹੈ, ਕੋਈ ਮੈਨੂੰ ਡਾਇਰੈਕਟ ਕਾਲ ਨਹੀਂ ਕਰਨੀ। ਜਦੋਂ ASI ਮੁਖਤਿਆਰ ਸਿੰਘ ਨੇ ਆ ਕੇ ਗਵਾਹੀ ਦੇਣੀ ਸੀ ਵੀ ਮੈਂ ਇਸ਼ਤਿਹਾਰੀ ਨੋਟਿਸ ਹੈ ਜਿਹੜਾ ਇਹਦੇ ਗੇਟ ਦੇ ਅੱਗੇ ਲਾਇਆ, ਔਰ ਜਦੋਂ ਉਹਨੇ ਆਪਣੀ ਸਟੇਟਮੈਂਟ ਤੁਹਾਡੇ ਹੱਕ 'ਚ ਉਹ ਦੇਣੀ ਸੀ ਗਵਾਹੀ? ਹੱਕ 'ਚ ਨਹੀਂ ਹੈ ਕਿ ਕੋਰਟ ਦਾ ਰੂਲ ਸੀਗਾ, ਇਹਦੇ 'ਚ ਮੇਰਾ ਕੋਈ ਨਹੀਂ ਸੀਗਾ, ਮੇਰੀ ਤਾਂ ਤਰੀਕ ਸੀਗੀ, ਪਰ ਉਹਦੇ ਵਿੱਚ ਇਹਨੇ ਗਵਾਹੀ ਦੇਣ ਇੱਕ ਜੈਨੂਇਨ ਤਰੀਕੇ ਨਾਲ ਆਉਣਾ ਸੀਗਾ, ਪਰ ਇਹਨਾਂ ਨੇ ਉਹਨੂੰ ਗਵਾਹੀ ਵੀ ਨਹੀਂ ਦੇਣ ਦਿੱਤੀ। ਉਹਨੇ ਆਪਣਾ ਫ਼ੋਨ ਨੰਬਰ ਲਿਖਵਾਇਆ ਕੋਰਟ ਦੇ ਵਿੱਚ, ਸਟਾਰਟ ਕਰਤੀ ਲਿਖਵਾਣੀ ਆਪਣੀ ਗਵਾਹੀ, ਤੇ ਵਿੱਚੋਂ ਉਹਨੂੰ ਬਾਂਹ ਤੋਂ ਫੜ ਕੇ ਕੋਰਟ ਚੋਂ ਬਾਹਰ ਲੈ ਗਈ। ਮੈਂ ਨਾਲ ਦੀ ਨਾਲ ਐਪਲੀਕੇਸ਼ਨ ਦਿੱਤੀ ਵੀ ਇਹਨਾਂ ਦੀ CCTV ਫੁਟੇਜ ਕਢਾਈਆਂ ਜਾਣ, ਦੀ ਲੋਕੇਸ਼ਨਸ ਲਈਆਂ ਜਾਣ। ਤੁਸੀਂ ਇਹ ਵੇਖੋ ਵੀ ਜੱਜ ਦੇ ਸਾਹਮਣੇ ਬਾਂਹ ਤੋਂ ਫੜ ਕੇ ਲੈ ਗਿਆ DSP ਤੇ SHO ASI ਮੁਖਤਿਆਰ ਸਿੰਘ ਨੂੰ, ਜਿਹਨੇ ਗਵਾਹੀ ਦੇਣੀ ਸੀ ਤੇ ਇਸ਼ਤਿਹਾਰੀ ਨੋਟਿਸ ਹੈ ਜਿਹੜਾ ਉਹ ਇਹ ਦੱਸਣਾ ਸੀ ਵੀ ਮੈਂ ਲਾ ਕੇ ਆਇਆ ਉਹਦੇ ਘਰ ਅੱਗੇ। ਅੱਛਾ, ਹੁਣ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਕਿਉਂਕਿ ਤੁਸੀਂ ਕਾਫੀ ਦੇਰ ਤੋਂ ਸੰਘਰਸ਼ ਕਰ ਰਹੇ ਹੋ, ਪੁਲਿਸ ਕੋਲ ਜਾ ਰਹੇ ਹੋ, ਔਰ ਹੁਣ ਤੁਸੀਂ ਕੋਰਟ ਦਾ ਸਹਾਰਾ ਲਿਆ, ਤੁਹਾਨੂੰ ਥ੍ਰੈਟ ਵੀ ਕੀਤਾ ਜਾ ਰਿਹਾ? ਸਰ ਮੈਨੂੰ ਥ੍ਰੈਟਿੰਗ ਕਾਲਸ ਆਉਣੀਆਂ ਸਟਾਰਟ ਹੋਈਆਂ ਸੀ 1/9/20 ਤੋਂ, ਤੇ ਉਦੋਂ ਹੀ ਮੈਂ ਇੱਕ ਐਪਲੀਕੇਸ਼ਨ ਫਿਰ ਮੂਵ ਕੀਤੀ ਸੀ DGP ਸਾਹਿਬ ਨੂੰ। ਸ਼ਾਮ ਨੂੰ ਮੈਨੂੰ ਧਮਕੀਆਂ ਦਿੱਤੀਆਂ ਗਈਆਂ, ਅਗਲੇ ਦਿਨ ਮੈਨੂੰ ਸਕਾਰਪੀਓ ਗੱਡੀ ਤੋਂ ਇਹਨੇ ਮਰਵਾਉਣ ਦੀ ਕੋਸ਼ਿਸ਼ ਕੀਤੀ, ਜਿਹੜਾ ਉਹ ਬੰਦਾ ਖੁਦ ਮੰਨ ਗਿਆ ਜਦੋਂ ਮੈਂ ਐਪਲੀਕੇਸ਼ਨ ਦਿੱਤੀ ਕਿ ਹਾਂ ਮੈਨੂੰ VP ਸਿੰਘ ਨੇ ਕਿਹਾ ਸੀਗਾ ਕਿ ਇਹ ਕੁੜੀ ਨੂੰ ਅਸੀਂ ਮਰਵਾਉਣਾ ਹੈ, ਜਾਨ ਤੋਂ ਮਾਰਨ ਦੀ ਧਮਕੀ। ਹੁਣ ਵੀ ਮੈਨੂੰ ਐਟ ਪ੍ਰੈਜ਼ੈਂਟ ਵੀ ਮੈਨੂੰ ਤੇ ਮੇਰੀ ਫੈਮਿਲੀ ਨੂੰ ਖਤਰਾ ਹੀ ਹੈ, ਕਿਸੇ ਵੀ ਟਾਈਮ ਮੈਨੂੰ ਕੁਝ ਕਰਵਾ ਸਕਦਾ ਹੈ, ਕਿਉਂਕਿ ਇਹਦੇ ਲਿੰਕ ਗੈਂਗਸਟਰਾਂ ਦੇ ਨਾਲ ਵੀ ਨੇ। ਉੱਥੋਂ ਦੇ ਲੋਕਲ ਵਿਧਾਇਕ ਨੇ ਪਰਮਿੰਦਰ ਸਿੰਘ ਪਿੰਕੀ, ਉਹਨਾਂ ਨੇ ਵੀ ਇਹ ਮੈਟਰ ਚੱਕਿਆ ਸੀ ਕੁਝ ਦਿਨ ਪਹਿਲਾਂ, ਤੇ ਉਹਨਾਂ ਵੱਲੋਂ ਵੀ ਸਿੱਧੇ ਇਹੀ ਐਲੀਗੇਸ਼ਨ। ਉਹਨਾਂ ਨੇ ਪਰਮਿੰਦਰ ਸਿੰਘ ਪਿੰਕੀ ਨੇ ਕੋਈ ਮੈਟਰ ਨਹੀਂ ਸੀ ਚੱਕਿਆ, ਮੈਂ SSP ਸਾਹਿਬ ਕੋ ਪੇਸ਼ ਹੋਈ ਸੀ, ਉਹ ਆਪਦਾ ਕੋਈ ਕੰਮ ਆਏ ਹੋਏ ਸੀਗੇ। ਕੋਈ ਹਰੇਕ ਨਵਾਂ SSP ਕੋਈ ਵੀ ਆਉਂਦਾ ਹੈ, ਕੋਈ ਵੀ ਨਵਾਂ SSP ਆਉਂਦਾ ਹੈ, ਇਹਦੇ ਘਰੇ ਲੰਚ ਡਿਨਰ ਇਹਦੇ ਘਰੇ ਹੁੰਦਾ ਉਹਦਾ। ਕਿ ਲੱਖ ਉਹ DGP ਦਾ ਭਾਵੇਂ ਰਿਸ਼ਤੇਦਾਰ ਹੋਊਗਾ ਜਿਵੇਂ ਤੁਸੀਂ ਦੱਸਿਆ, ਬਟ ਇੰਨੀ ਕੀ ਅਪਰੋਚ ਹੈਗੀ ਉਹਦੇ ਕੋਲੋਂ ਕਿ ਸਾਰੇ ਮੰਤਰੀ ਉਹਨਾਂ ਕੋਲੋਂ ਆਉਂਦੇ ਨੇ, ਸਾਰੇ ਤਮਾਮ ਜਿਹੜੇ ਪੁਲਿਸ ਆਫੀਸਰਸ ਨੇ ਉਹਨਾਂ ਕੋਲੋਂ ਆਉਂਦੇ ਨੇ, ਅਜਿਹਾ ਕੀ ਕਿੰਨਾ ਕੁ ਰਸੂਖ ਹੈਗਾ ਉਹਦਾ? ਸਰ ਆਉਂਦੇ ਨਹੀਂਗੇ ਉਹਦੇ ਕੋਲ, ਡਰਦੇ ਨੇ। ਜਿੰਨਾ ਪੈਸਾ ਸੀ ਜਦੋਂ ਨੋਟਬੰਦੀ ਹੋਈ ਸੀ, ਸੇਖੋ ਸਾਹਿਬ ਦਾ ਸਾਰਾ ਪੈਸਾ ਇਹਨੇ ਐਡਜਸਟ ਕੀਤਾ। ਸੇਖੋ ਅਕਾਲੀ ਦਲ ਦਾ ਜਿਹੜਾ ਲੀਡਰ ਹੈ ਜੀ ਬਿਲਕੁਲ, ਜਨਮੇਜਾ ਸਿੰਘ ਸੇਖੋ ਆਪਦੇ ਮੂੰਹ ਕਹਿੰਦਾ ਹੈ, ਮੈਂ ਸੁਣਿਆ ਕਿ ਮੈਂ ਉਹਨਾਂ ਦੇ ਸਾਈਨ ਆਪ ਮਾਰ ਲੈਣਾ ਜਦੋਂ ਸੇਖੋ ਸਾਹਿਬ ਉੱਥੇ ਫਿਰੋਜ਼ਪੁਰ ਦੇ ਵਿੱਚ ਨਹੀਂ ਹੁੰਦੇ। ਇਹ ਸਿਰਫ ਮੇਰੇ ਨਾਲ ਨਹੀਂ ਹੋਇਆ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ, ਇਹ ਫਿਰੋਜ਼ਪੁਰ ਦੀਆਂ ਕਈ ਕੁੜੀਆਂ ਨਾਲ ਹੋਇਆ। ਜਿੱਦਣ ਇਹਦੀ ਪ੍ਰਾਪਰਟੀ ਸੀਜ਼ ਹੋ ਗਈ ਉਦਣ ਸਾਰੀਆਂ ਕੁੜੀਆਂ ਨੇ ਇਹਦੀ ਕੰਪਲੇਂਟ ਕਰਨੀ ਆ, ਔਰ ਮੇਰਾ ਕੇਸ ਮੀਟੂ ਵਰਗਾ ਹੋਊਗਾ ਪੱਕਾ। ਇਸ ਲੈਟਰ ਦਾ ਜਵਾਬ DGP ਨੂੰ ਵੀ ਦੇਣਾ ਪਏਗਾ ਤੇ VP ਸਿੰਘ ਨੂੰ ਵੀ ਦੇਣਾ ਪੈਣਾ। ਸੋ ਇੱਕ ਪੀੜਿਤ ਮਹਿਲਾ ਵੱਲੋਂ ਇਨਸਾਫ ਲਈ ਦਰ ਦੀਆਂ ਠੋਕਰਾਂ ਖਾਈਆਂ ਜਾ ਰਹੀਆਂ ਨੇ, ਕਾਫੀ ਰਸੂਖਦਾਰਾਂ ਦੇ ਨਾਮ ਵੀ ਉਹਨਾਂ ਵੱਲੋਂ ਲਏ ਜਾ ਰਹੇ ਨੇ। ਹਾਲਾਂਕਿ ਸਿਧਾਰਥ ਚਟੋਪਾਧਿਆਏ ਭਾਵੇਂ ਹੁਣ ਪੰਜਾਬ ਦੇ DGP ਨਹੀਂ ਨੇ, ਪਰ ਉਹਨਾਂ ਤੇ ਵੀ ਕਈ ਐਲੀਗੇਸ਼ਨ ਲੱਗ ਰਹੇ ਨੇ ਕਿ ਜਿਸ ਇਨਸਾਨ ਤੇ ਜਾਂ ਜਿਸ ਸ਼ਖਸ ਤੇ VP ਸਿੰਘ ਤੇ ਇਹਨਾਂ ਵੱਲੋਂ ਐਲੀਗੇਸ਼ਨ ਲਗਾਏ ਜਾ ਰਹੇ ਨੇ, ਉਹਨਾਂ ਦਾ ਕਿਤੇ ਨਾ ਕਿਤੇ ਰਿਸ਼ਤੇਦਾਰੀ DGP ਦੇ ਨਾਲ ਹੋਣ ਕਰਕੇ ਨਾ ਤਾਂ ਪੁਲਿਸ ਇਨਸਾਫ ਦੇ ਰਹੀ ਹੈ ਅਤੇ ਨਾ ਹੀ ਇਹਨਾਂ ਨੂੰ ਕਿਤੋਂ ਇਨਸਾਫ ਮਿਲਦਾ ਪਿਆ, ਜਿਸ ਦੇ ਲਈ ਇਹਨਾਂ ਵੱਲੋਂ ਕੋਰਟ ਦਾ ਦਰਵਾਜ਼ਾ ਵੀ ਖਟਖਟਾਇਆ ਗਿਆ ਤੇ ਉਸ ਤੋਂ ਬਾਅਦ ਹੁਣ ਇਲੈਕਸ਼ਨ ਕਮਿਸ਼ਨ ਨੂੰ ਇਹਨਾਂ ਵੱਲੋਂ ਸ਼ਿਕਾਇਤ ਵੀ ਦਿੱਤੀ ਗਈ ਹੈ। ਹੁਣ ਦੇਖਣਾ ਇਹ ਹੋਊਗਾ ਕਿ ਇਨਸਾਫ ਪਾਉਣ ਦੇ ਲਈ ਆਖਿਰ ਇਸ ਮਹਿਲਾ ਨੂੰ ਕਦੋਂ ਇਨਸਾਫ ਮਿਲਦਾ ਹੈ ਤੇ ਇਨਸਾਫ ਪਾਉਣ ਲਈ ਹੋਰ ਕਿੰਨਾ ਸੰਘਰਸ਼ ਇਸ ਪੀੜਿਤ ਮਹਿਲਾ ਨੂੰ ਕਰਨਾ ਪਵੇਗਾ। ਕੈਮਰਾਮੈਨ ਜੈ ਦੇ ਨਾਲ ਪ੍ਰਲਾਦ ਸੰਗੇਲੀਆ ਦਾ ਸਟੋਰੀ TV ਚੰਡੀਗੜ੍ਹ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਅਜਿਹੀ ਮਹਿਲਾ ਜਿਨ੍ਹਾਂ ਵੱਲੋਂ ਬਲਾਤਕਾਰ ਦੇ ਆਰੋਪ ਲਗਾਏ ਜਾ ਰਹੇ ਨੇ। ਲੰਮਾ ਮਾਮਲਾ ਚੱਲਿਆ ਤੇ ਕਈ ਵੱਡੇ ਲੋਕ ਨੇ ਉਹਨਾਂ ਦੇ ਨਾਮ ਵੀ ਜ਼ਾਹਿਰ ਕੀਤੇ ਗਏ ਨੇ, ਪਰ ਕਾਰਵਾਈ ਕੋਈ ਨਹੀਂ ਹੋ ਰਹੀ, ਜਿਹਨੂੰ ਲੈ ਕੇ ਇਨਸਾਫ ਦੇ ਲਈ ਦਰ ਦੀਆਂ ਠੋਕਰਾਂ ਵੀ ਖਾ ਰਹੇ ਨੇ। ਚੰਡੀਗੜ੍ਹ ਦੇ ਵਿੱਚ ਅੱਜ ਮੌਜੂਦ ਨੇ। ਮੈਡਮ, ਪਹਿਲਾਂ ਤਾਂ ਕਿੰਨਾ ਤੇ ਤੁਹਾਡਾ ਆਰੋਪ ਹੈਗਾ ਤੇ ਕੀ ਪੂਰਾ ਮੈਟਰ ਹੈਗਾ?
ਮੇਰਾ ਆਰੋਪ ਵੀਪੀ ਸਿੰਘ ਦੇ ਉੱਤੇ ਹੈਗਾ। ਮੇਰਾ ਇਨ-ਲॉज ਦੇ ਨਾਲ ਡਿਸਪਿਊਟ ਸੀਗਾ, ਜਿਹਦੀ ਮੈਂ ਐਪਲੀਕੇਸ਼ਨ ਦਿੱਤੀ। ਇਹਨੇ ਹੈਲਪ ਕਰਨ ਦੇ ਬਹਾਨੇ ਮੈਨੂੰ ਮਤਲਬ ਮੋਲੈਸਟ ਕੀਤਾ, ਰੇਪ ਕਰਨ ਦੀ ਕੋਸ਼ਿਸ਼ ਕੀਤੀ, ਇਹਨੇ ਜ਼ੋਰ ਜ਼ਬਰਦਸਤੀ ਕੀਤੀ। ਈਵਨ ਦੈਨ ਇਹ ਕੱਪੜੇ ਫਾੜਨ ਤੱਕ ਮੇਰੇ ਨਾਲ ਗਿਆ। ਫਿਰ ਰਿਵਾਲਵਰ ਕੱਢਿਆ, ਮੈਨੂੰ ਧਮਕਾਇਆ। ਜਿਹੜੇ ਲੋਕਾਂ ਤੋਂ ਇਹਨੇ ਮੈਨੂੰ ਚੇਜ਼ ਕਰਾਉਣ ਦੀ ਕੋਸ਼ਿਸ਼ ਕੀਤੀ, ਗੱਡੀਆਂ ਮੇਰੇ ਪਿੱਛੇ ਲਾਈਆਂ। ਮੈਂ ਸਕੂਟੀ ਤੇ ਆ ਰਹੀ ਹਾਂ ਤੇ ਉਹ ਗੱਡੀਆਂ ਦੇ ਨੰਬਰ ਮੈਂ ਉਸੇ ਵੇਲੇ ਡੀਜੀਪੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ, ਸਰ ਮੈਨੂੰ ਚੇਸ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਮੇਰੀ ਜਾਨ ਨੂੰ ਖਤਰਾ ਹੈ। ਇਹਨੇ ਉਸ ਮੁੰਡੇ ਨੇ ਇਹ ਆਪਣੇ ਹੱਥਾਂ ਨਾਲ ਵੀ ਲਿਖ ਕੇ ਦੇਤਾ ਕਿ ਹਾਂ ਮੈਨੂੰ ਵੀਪੀ ਸਿੰਘ ਨੇ ਇਹ ਚੀਜ਼ ਕਹੀ ਸੀ ਕਿ ਤੈਨੂੰ ਤੇ ਕੁੜੀ ਤੋਂ ਮੈਂ ਤੇਰੇ ਤੋਂ ਮਰਵਾਉਣਾ ਹੈ, ਪਰ ਫਿਰ ਵੀ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਹੁਣ ਤੱਕ। ਮੈਂ 3 ਮਹੀਨੇ ਕਦੇ ਥਾਣੇ 'ਚ ਜਾ ਰਹੀ ਹਾਂ, ਕਦੇ ਹਾਈ ਕੋਰਟ 'ਚ ਐਪਲੀਕੇਸ਼ਨ ਮੂਵ ਕਰ ਰਹੀ ਹਾਂ, ਸਰ ਮੇਰਾ ਪਰਚਾ ਨਹੀਂ ਹੋ ਰਿਹਾ। ਇੱਕ ਚੀਜ਼ ਮੈਂ ਇੱਕ ਪੁਆਇੰਟ ਜਿਹੜਾ ਮੈਂ ਕਲੀਅਰ ਕਰਵਾਇਆ, ਆਪਦੇ ਫੇਵਰ 'ਚ ਕਰਵਾਇਆ, ਮੈਂ ਕੋਰਟ 'ਚੋਂ ਕਰਵਾਇਆ। ਪੁਲਿਸ ਨੇ ਮੇਰਾ ਹੁਣ ਤੱਕ ਕੋਈ ਵੀ ਫੇਵਰ ਨਹੀਂ ਕੀਤਾ। ਹੁਣ ਤੱਕ ਮੈਂ ਹਾਈ ਕੋਰਟ ਤੱਕ ਜਾਂ ਸੁਪਰੀਮ ਕੋਰਟ ਤੱਕ ਪਹੁੰਚੀ ਹਾਂ ਸਿਰਫ ਕੋਰਟ ਦੇ ਥਰੂ। ਮੈਂ ਪੁਲਿਸ ਦੇ ਥਰੂ ਕੋਈ ਵੀ ਅੱਜ ਤੱਕ ਬੈਨੀਫਿਟ ਨਹੀਂ ਲਿਆ, ਨਾ ਹੀ ਉਹਨਾਂ ਨੇ ਮੇਰੀ ਕੋਈ ਹੈਲਪ ਕੀਤੀ ਹੈ। ਵੀਪੀ ਸਿੰਘ ਕੌਣ ਨੇ, ਕੀ ਰਸੂਖ ਆ ਉਹਨਾਂ ਦਾ, ਕਿਉਂ ਇੰਨਾ ਪੁਲਿਸ ਜਿਹੜਾ ਹੈ ਦਬਾਅ ਦੇ ਵਿੱਚ ਹੈ ਕਿ ਤੁਹਾਡੀ ਸੁਣਵਾਈ ਨਹੀਂ ਹੁੰਦੀ? ਸਰ ਇਹ ਇੱਕ ਫਿਰੋਜ਼ਪੁਰ ਦਾ ਦਲਾਲ ਹੈ। ਇਹਦੀ ਕੋਈ ਮੈਂ ਬਾਲੀ ਬੈਕਗ੍ਰਾਉਂਡ ਨਹੀਂ ਦੱਸਣਾ ਚਾਹੁੰਦੀ। ਇਹ ਤੁਹਾਨੂੰ ਫਿਰੋਜ਼ਪੁਰ ਦੇ ਲੋਕ, ਤੁਸੀਂ ਉੱਥੇ ਆਓ, ਤੁਹਾਨੂੰ ਆਪ ਪਤਾ ਲੱਗ ਜਾਊਗਾ ਕਿ ਹੈਗਾ ਕੀ ਸੀਗਾ। ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਪਏ ਹੋ ਤੁਸੀਂ, ਥੋੜਾ ਜਿਹਾ ਵੀਪੀ ਸਿੰਘ, ਕਿਉਂਕਿ ਤੁਸੀਂ ਸਿੱਧੇ ਆਰੋਪ ਲਗਾ ਰਹੇ ਹੋ, ਤੁਸੀਂ ਉਹਨਾਂ ਦਾ ਬੈਕਗ੍ਰਾਉਂਡ ਦੱਸੋ ਕਿ ਇੱਕ ਤੁਸੀਂ ਕਹਿੰਦੇ ਪਏ ਹੋ ਕਾਈਂਡ ਆਫ ਕਥਿਤ ਤੌਰ ਤੇ ਉਹ ਦਲਾਲ ਨੇ, ਪਰ ਇੱਕ ਦਲਾਲ ਦੀ ਇੰਨੀ ਵੈਲਿਊ ਕਿੱਥੋਂ ਹੋਗੀ ਕਿ ਉਹ ਪੁਲਿਸ ਹੁੰਦਾ? ਸਰ ਦੇਖੋ, ਇੱਕ ਕਾਰ ਮਕੈਨਿਕ ਸੀ ਜੋ ਮੈਨੂੰ ਪਤਾ ਲੱਗਿਆ, ਕਿਉਂਕਿ ਮੈਨੂੰ ਤਾਂ ਫਿਰੋਜ਼ਪੁਰ ਆਏ 3 ਸਾਲ ਹੀ ਹੋਇਆ। ਮੈਂ ਜੋ ਲੋਕਾਂ ਤੋਂ ਸੁਣਿਆ, ਇਹਦੀ ਇੱਕ ਪੁਲ ਥੱਲੇ ਇੱਕ ਕਾਰ ਮਕੈਨਿਕ ਦੀ ਸ਼ਾਪ ਸੀਗੀ। ਹੌਲੀ ਇਹਨੇ ਦਲਾਲੀਆਂ ਸ਼ੁਰੂ ਕੀਤੀਆਂ ਅਫਸਰਾਂ ਦੀਆਂ। ਮੈਂ ਤੁਹਾਨੂੰ ਇਹ ਦੱਸਦੀ ਹਾਂ ਵੀ ਇਹਦਾ ਇਨਫਲੂਐਂਸਿੰਗ ਹੋਣਾ ਵਿਦ ਪ੍ਰੂਫਸ ਅਸੀਂ ਹਾਈ ਕੋਰਟ ਦੇ ਵਿੱਚ ਮੂਵ ਕਰ ਚੁੱਕੇ ਹਾਂ। ਹਰ ਇੱਕ ਅਫਸਰ ਦੇ ਨਾਲ ਇਹਦੇ ਲਿੰਕ ਨੇ, ਉਹਦੇ ਨਾਲ ਫੋਟੋਆਂ ਨੇ। ਇਹਦੀ ਕੁੜੀ ਦੀ ਮੈਰਿਜ ਹੋਈ ਸੀ ਜਿਹਦੇ ਵਿੱਚ ਸਾਰੇ ਅਫਸਰ ਆਏ ਸੀਗੇ, ਔਰ ਜਦੋਂ ਵੀ ਕਿਸੇ ਪੁਲਿਸ ਵਾਲੇ ਦੀ ਪ੍ਰਮੋਸ਼ਨ ਹੁੰਦੀ ਹੈ ਉਹਦੇ ਮੋਢੇ ਤੇ ਸਟਾਰ ਇਹ ਆਪ ਲਾਉਂਦਾ ਹੈ। ਕੋਈ ਵੀ ਕਿਸੇ ਨੂੰ ਜ਼ਰੂਰੀ ਨਹੀਂ ਸਮਝਦਾ ਕੋਈ ਵੱਡੇ ਆਫਿਸਰ ਨੂੰ ਵੀ ਅਸੀਂ ਉਹਨਾਂ ਕੋਲੋਂ ਜਾ ਕੇ ਸਟਾਰ ਲਵਾਈਏ, ਇਹਦੇ ਕੋਲ ਆ ਕੇ ਲਵਾਉਂਦੇ ਸੀ। ਔਰ ਉਹ ਅਖਬਾਰ ਦੀਆਂ ਫੋਟੋਆਂ ਵੀ ਮੈਂ ਕੋਰਟ 'ਚ ਪੇਸ਼ ਕਰ ਚੁੱਕੀ ਹਾਂ, ਜਿਹੜੀਆਂ ਦਿਖਾ ਕੇ ਮੈਨੂੰ ਉੱਥੇ ਇਨਸਾਫ ਮਿਲਿਆ। ਔਰ ਬਾਕੀ ਮੈਟਰ ਬੰਦ ਹੋਇਆ, ਪ੍ਰੋਸੀਡਿੰਗਸ ਸ਼ੁਰੂ ਹੋਈਆਂ। ਉਸ ਤੋਂ ਬਾਅਦ ਗੱਲ ਆ ਗਈ ਚਟੋਪਾਧਿਆਏ ਡੀਜੀਪੀ ਤੇ। ਸਰ ਵੇਖੋ 17 ਤਰੀਕ ਨੂੰ ਆਪਣੀ ਚੇਅਰ ਤੇ ਬੈਠਦਾ, 18 ਨੂੰ ਕੈਂਸਲੇਸ਼ਨ ਮੂਵ ਹੋ ਜਾਂਦੀ ਹੈ। ਔਰ ਇੰਨੇ ਪਰਸਨਲ ਰਿਲੇਸ਼ਨ ਨੇ ਉਹਨਾਂ ਦੀ ਭਤੀਜੀ ਸਕੀ ਵੀਪੀ ਸਿੰਘ ਦੀ ਚਟੋਪਾਧਿਆਏ ਦੇ ਘਰੇ ਇਸ ਵੇਲੇ ਇਲੀਗਲ ਤੌਰ ਦੇ ਉੱਤੇ ਰਹਿ ਰਹੀ ਹੈ ਐਜ਼ ਅ ਵਾਈਫ। ਇਲੀਗਲ? ਹਾਂਜੀ, ਐਜ਼ ਅ ਵਾਈਫ। ਔਰ ਜਦੋਂ ਇਹਦੀ ਸਿਸਟਰ ਔਰ ਇਹਦੇ ਭਣੋਈਏ ਨੂੰ ਪਤਾ ਲੱਗਾ ਸੀ ਨਾ, ਉਹ ਅੱਗ ਲਾ ਕੇ ਸੜ ਗਏ ਸੀਗੇ ਇਸ ਗਮ ਦੇ ਨਾਲ ਕਿ ਇਹਨੇ ਮੇਰੀ ਭੈਣ ਦੀ ਕੁੜੀ ਨੂੰ ਉਹਦੇ ਘਰੇ ਛੱਡ ਦਿੱਤਾ। ਔਰ ਤੁਸੀਂ ਇਹ ਦੇਖੋ, ਜਿਹਦੇ ਫੈਮਿਲੀ ਰਿਲੇਸ਼ਨ ਹੋਣਾ ਉਹ ਕਿਸੇ ਤੋਂ ਡਰੂਗਾ? ਤੁਸੀਂ ਇਹ ਦੇਖੋ, ਜੇ ਤੁਹਾਨੂੰ ਲੱਗਦਾ ਹੈ ਨਾ ਕਿ ਡੀਜੀਪੀ ਦਾ ਕੋਈ ਕਸੂਰ ਨਹੀਂ ਸੀ, ਆ ਵੇਖੋ ਬਾਈ ਨੇਮ ਉਹਨੂੰ ਗਨਮੈਨ ਦਿੱਤੇ ਜਾ ਰਹੇ ਆ, 6 ਗਨਮੈਨ। ਕਿਹਨਾਂ ਨੂੰ? ਸੋਚ ਸਕਦੇ ਹੋ, ਵੀਪੀ ਸਿੰਘ ਨੂੰ ਪਰਸਨਲੀ ਡੀਜੀਪੀ ਵੱਲੋਂ ਲੈਟਰ ਨਿਕਲੀ। ਤੁਸੀਂ ਇਹ ਵੇਖੋ 5 ਤਰੀਕ ਨੂੰ ਸਾਡੇ ਪੰਜਾਬ ਦੇ ਵਿੱਚ ਪੀਐਮ ਨੇ ਆਉਣਾ ਸੀਗਾ, ਮੋਦੀ ਜੀ ਨੇ। ਸਾਡੀ ਫਿਰੋਜ਼ਪੁਰ ਦੀ ਪੁਲਿਸ ਦਾ ਧਿਆਨ ਪੀਐਮ ਵੱਲ ਨਹੀਂ ਸੀਗਾ, ਮੇਰੇ ਕੇਸ ਵੱਲ ਸੀਗਾ। ਸਾਡਾ ਐਸਐਸਪੀ, ਡੀਐਸਪੀ ਤੇ ਐਸਐਚਓ ਦਾ ਕੋਈ ਸਿਕਿਉਰਿਟੀ ਲੈਪਸ ਉਹਨਾਂ ਦੀ ਵਜ੍ਹਾ ਕਰਕੇ ਹੋਇਆ ਪੀਐਮ ਮੋਦੀ ਦਾ, ਕਿਉਂਕਿ ਉਹ ਮੇਰੀ ਕੈਂਸਲੇਸ਼ਨ ਤਿਆਰ ਕਰਨ 'ਚ ਬਿਜ਼ੀ ਸੀਗੇ। ਮੋਦੀ ਸਾਹਿਬ ਨੂੰ ਤਾਂ ਕਿਸੇ ਨੇ ਵੇਖੇ ਨਹੀਂ ਉਹ ਕਿੱਥੇ ਪਹੁੰਚ ਗਏ ਨੇ, ਉਹਨਾਂ ਨੂੰ ਕਿਵੇਂ ਲੈ ਕੇ ਆਈਏ ਕਿਵੇਂ ਨਹੀਂ, ਕਿਉਂਕਿ ਉਹਨਾਂ ਨੇ 24 ਤਰੀਕ ਨੂੰ ਇਹ ਮੂਵ ਕਰਨੀ ਸੀ। ਤੁਸੀਂ ਇਹ ਦੇਖੋ, ਇਹਦੇ ਨਾਲੋਂ ਜ਼ਿਆਦਾ ਪਰਸਨਲ ਹੋਰ ਕੀ ਹੋ ਸਕਦਾ? ਇੱਕ ਰਿਲੇਸ਼ਨ ਨੂੰ ਜੇ ਮੈਂ ਰਿਟਨਲੀ ਪ੍ਰੂਫ ਕਰਾਂ ਤਾਂ ਇਹ ਸਭ ਤੋਂ ਵੱਡਾ ਪ੍ਰੂਫ ਹੈ। ਫੋਟੋਗ੍ਰਾਫਸ ਵੀ ਪਿੱਛੇ ਰਹਿ ਜਾਂਦੀਆਂ। ਪਹਿਲਾਂ ਤੁਹਾਡੇ ਕੋਲੋਂ ਜਾਨਣਾ ਚਾਹਾਂਗੇ ਵੀਪੀ ਸਿੰਘ ਕੌਣ ਨੇ, ਕਿਵੇਂ ਰਸੂਖ ਹੈਗਾ ਉਹਨਾਂ ਦਾ, ਉਹਨਾਂ ਦੀਆਂ ਫੋਟੋਆਂ ਤੁਸੀਂ ਕਹਿੰਦੇ ਪਏ ਹੋ, ਕੀ ਹੈ ਉਹਦੇ ਵਿੱਚ? ਦੇਖੋ, ਉਹਨੇ ਆਪਣੀ ਲੜਕੀ ਦੀ ਮੈਰਿਜ ਕੀਤੀ ਸੀਗੀ, ਉਹਦੇ ਵਿੱਚ ਜਿਹੜੇ ਸਾਰੇ ਅਫਸਰ ਆਏ ਸੀ, ਆ ਵੇਖੋ। ਕੌਣ ਹੈ ਇਹਨਾਂ ਚੋਂ ਵੀਪੀ ਸਿੰਘ? ਆ ਵੇਖੋ, ਆ ਉੱਤੇ ਨਾਮ ਲਿਖੇ ਹੋਏ ਨੇ ਅਫਸਰਾਂ ਦੇ। ਇਹ ਸਾਰੇ ਪੁਲਿਸ ਦੇ ਅਫਸਰ ਨੇ? ਸਾਰੇ ਪੁਲਿਸ ਆਫਿਸਰਸ ਨੇ। ਠੀਕ ਹੈ। ਔਰ ਆ ਵੇਖੋ, ਸੁਪਰੀਮ ਕੋਰਟ ਦੇ ਆਰਡਰ ਨੇ ਸਰ ਕਿ ਇਹਨੂੰ ਇਹ ਸਰੈਂਡਰ ਕਰੂਗਾ ਆਪਦੇ ਆਪ ਨੂੰ ਤੇ ਇਨਵੈਸਟੀਗੇਸ਼ਨ ਜੁਆਇਨ ਕਰੂਗਾ। ਸੁਪਰੀਮ ਕੋਰਟ ਨੂੰ ਵੇਚ ਕੇ ਖਾਣ ਵਾਲਾ ਬੰਦਾ ਇਹ ਵੇਖ ਲਓ।
ਇੰਨਾ ਰਸੂਖ ਰੱਖਦਾ ਕਿ ਸੁਪਰੀਮ ਕੋਰਟ ਦੇ ਸਰ ਵਿੱਚ ਰਿਟਨ ਆਰਡਰ ਤੁਹਾਡੇ ਸਾਹਮਣੇ ਨੇ ਤੇ ਵਿਦ ਸਿਕਿਉਰਿਟੀ ਮੇਰੇ ਬਿਲਕੁਲ ਘਰ ਦੇ ਸਾਹਮਣੇ ਰਹਿ ਰਿਹਾ, ਘਰ ਦੇ ਅੰਦਰ। ਉਹਨੂੰ ਵੇਖ ਲਓ, ਪੁਲਿਸ ਹੱਥ ਨਹੀਂ ਪਾ ਰਹੀ ਹਜੇ ਤੱਕ ਵੀ, ਉਹ ਕੋਰਟ ਨੂੰ ਕੁਝ ਨਹੀਂ ਸਮਝਦਾ। ਮੈਂ ਤਾਂ ਇੱਥੇ ਤੱਕ ਪਹੁੰਚੀ ਹਾਂ ਕਿ ਸਰ ਪਲੀਜ਼ ਮੇਰੀ ਹੈਲਪ ਕੀਤੀ ਜਾਵੇ। ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਇਹੀ ਅਪੀਲ ਕਰਦੀ ਹਾਂ ਵੀ ਸਰ ਇਹਨੂੰ ਅਰੈਸਟ ਕੀਤਾ ਜਾਵੇ। ਜਦੋਂ ਨਿੱਕੇ ਨਿੱਕੇ ਪਰਚੇ, ਜਦੋਂ ਬੰਦਾ ਭਗੌੜਾ ਹੋ ਜਾਂਦਾ ਉਹਨੂੰ ਚੱਕ ਕੇ ਅੰਦਰ ਸੁੱਟਣ ਦਾ ਤੁਸੀਂ ਆਰਡਰ ਦਿੱਤਾ ਹੈ, ਤਾਂ ਇਹਨੂੰ ਰੇਪਿਸਟ ਨੂੰ ਘਰੇ ਕਿਉਂ ਰੱਖਿਆ ਜਾ ਰਿਹਾ ਸ਼ੈਲਟਰ ਦੇ ਅੰਦਰ? ਇੰਨਾ ਕਿੰਨਾ ਕਿ ਇਨਫਲੂਐਂਸਿੰਗ ਹੈ, ਇੰਨਾ ਕਿੰਨਾ ਪੰਜਾਬ ਪੁਲਿਸ ਇਹਦੇ ਤੋਂ ਡਰਦੀ ਹੈ ਵੀ ਇਹਨੂੰ ਅਰੈਸਟ ਨਹੀਂ ਕਰ ਰਹੀ। ਇੱਕ ਸੁਪਰੀਮ ਕੋਰਟ ਦੇ ਆਰਡਰ ਨਹੀਂ ਫੋਲੋ ਕਰ ਰਿਹਾ ਇਹ। ਔਰ ਡੀਜੀਪੀ ਨੇ ਇਹਨੂੰ ਗਨਮੈਨ ਦਿੱਤੇ ਪਰਸਨਲੀ 6। ਤੁਹਾਡੇ ਨਾਲ ਕਿਵੇਂ ਸੰਪਰਕ ਹੋਇਆ? ਵੀਪੀ ਸਿੰਘ ਤੁਹਾਨੂੰ ਕਿਵੇਂ ਜਾਣਦੇ ਸੀ? ਸਰ ਜਿਹੜੇ ਅਫਸਰ ਕੋਲ ਮੇਰੀ ਇਨਕੁਆਇਰੀ ਸੀਗੀ ਨਾ, ਤੁਹਾਡਾ ਮੈਟ੍ਰੀਮੋਨੀਅਲ ਡਿਸਪਿਊਟ? ਮੇਰਾ ਮੈਟ੍ਰੀਮੋਨੀਅਲ ਡਿਸਪਿਊਟ ਸੀਗਾ। ਜਿਹੜੇ ਅਫਸਰ ਕੋਲ ਮੇਰੀ ਦਰਖਾਸਤ ਸੀਗੀ ਨਾ, ਮਤਲਬ ਐਪਲੀਕੇਸ਼ਨ ਜਿਹੜੀ ਉਹਦੇ ਕੋਲ ਮੂਵ ਹੋਈ ਸੀ, ਉਹ ਵੀਪੀ ਸਿੰਘ ਨੂੰ ਜਾਣਦੇ ਸੀਗੇ। ਮੇਰੀ ਐਪਲੀਕੇਸ਼ਨ ਮੈਨੂੰ ਕੈਂਸਲੇਸ਼ਨ ਦਾ ਉਦੋਂ ਵੀ ਪਤਾ ਲੱਗਾ ਸੀ ਵੀ ਉਹ ਅਪਰੋਚ ਕਰ ਰਹੇ ਨੇ, ਤੇ ਉਹਨਾਂ ਨੇ ਮੈਨੂੰ ਕਿਹਾ ਜੇ ਤੁਸੀਂ ਕੋਈ ਹੈਲਪ ਚਾਹੁੰਦੇ ਹੋ ਤਾਂ ਬਾਊ ਵੀਪੀ ਸਿੰਘ ਨਾਲ ਐਸਐਸਪੀ ਦੀ ਬਹੁਤ ਹੈ, ਤੁਸੀਂ ਇੱਕ ਵਾਰੀ ਉਹਨੂੰ ਰਿਕੁਐਸਟ ਕਰ ਲਓ। ਉਹਨੇ ਮੈਨੂੰ ਜਾਂਦੀ ਨੂੰ ਇਹੀ ਪੁੱਛਿਆ ਤੁਹਾਡਾ ਇਨਕਮ ਦਾ ਸੋਰਸ ਕੀ ਹੈ? ਮੈਂ ਕਿਹਾ ਵੀ ਸਰ ਹਜੇ ਤੱਕ ਤਾਂ ਮੈਂ ਹੈਲਪਲੈਸ ਹਾਂ, ਵੈਸੇ ਮੈਂ ਬੀਐਸਸੀ ਨਰਸਿੰਗ ਕੀਤੀ ਹੋਈ ਆ। ਇਹਨੇ ਉਸੇ ਵੇਲੇ ਮੈਨੂੰ ਅਪਾਇੰਟ ਕਰਾਤਾ, ਉਸੇ ਦਿਨ ਸ਼ਾਮ ਨੂੰ 5 ਵਜੇ ਮੈਨੂੰ ਜੌਬ ਮਿਲ ਗਈ। ਮੈਂ ਥੈਂਕ ਯੂ ਕਰਨ ਗਈ, ਬੈਠ ਕੇ ਗੱਲ ਕਰਦੇ ਆ, WhatsApp ਕਾਲ ਹੀ ਕਰਨੀ ਹੈ, ਕੋਈ ਮੈਨੂੰ ਡਾਇਰੈਕਟ ਕਾਲ ਨਹੀਂ ਕਰਨੀ। ਇਹ ਚੀਜ਼ ਹੈ। ਜਦੋਂ ਮੈਂ ਉਹਦੇ ਘਰ ਗਈ ਤਾਂ ਉਹਨੇ ਇਹਨੂੰ ਮੇਰੇ ਨਾਲ ਬਦਤਮੀਜ਼ੀ ਕੀਤੀ, ਬਸ ਉੱਥੋਂ ਹੀ ਇਹਦੇ ਨਾਲ ਮੇਰੇ ਨਾਲ ਡਿਸਪਿਊਟ ਸ਼ੁਰੂ ਹੋ ਗਿਆ। ਪਹਿਲੇ ਆਰਡਰਸ ਨੇ ਜਦੋਂ ਏਐਸਆਈ ਮੁਖਤਿਆਰ ਸਿੰਘ ਨੇ ਆ ਕੇ ਗਵਾਹੀ ਦੇਣੀ ਸੀ ਵੀ ਮੈਂ ਇਸ਼ਤਿਹਾਰੀ ਨੋਟਿਸ ਹੈ ਜਿਹੜਾ ਇਹਦੇ ਗੇਟ ਦੇ ਅੱਗੇ ਲਾਇਆ, ਔਰ ਜਦੋਂ ਉਹਨੇ ਆਪਣੀ ਸਟੇਟਮੈਂਟ ਤੁਹਾਡੇ ਹੱਕ 'ਚ ਦੇਣੀ ਸੀ ਗਵਾਹੀ? ਹੱਕ 'ਚ ਨਹੀਂ ਹੈ ਕਿ ਕੋਰਟ ਦਾ ਰੂਲ ਸੀਗਾ, ਇਹਦੇ 'ਚ ਮੇਰਾ ਕੋਈ ਨਹੀਂ ਸੀਗਾ। ਮੇਰੀ ਤਾਂ ਤਰੀਕ ਸੀਗੀ, ਪਰ ਉਹਦੇ ਵਿੱਚ ਇਹਨੇ ਗਵਾਹੀ ਦੇਣ ਇੱਕ ਜੈਨੂਇਨ ਤਰੀਕੇ ਨਾਲ ਆਉਣਾ ਸੀਗਾ, ਪਰ ਇਹਨਾਂ ਨੇ ਉਹਨੂੰ ਗਵਾਹੀ ਵੀ ਨਹੀਂ ਦੇਣ ਦਿੱਤੀ। ਉਹਨੇ ਆਪਣਾ ਫੋਨ ਨੰਬਰ ਲਿਖਵਾਇਆ, ਕੋਰਟ ਦੇ ਵਿੱਚ ਸਟਾਰਟ ਕਰਤੀ ਲਿਖਵਾਣੀ ਆਪਣੀ ਗਵਾਹੀ, ਤੇ ਵਿੱਚੋਂ ਉਹਨੂੰ ਬਾਂਹ ਤੋਂ ਫੜ ਕੇ ਕੋਰਟ ਚੋਂ ਬਾਹਰ ਲੈ ਗਏ। ਮੈਂ ਨਾਲ ਦੀ ਨਾਲ ਐਪਲੀਕੇਸ਼ਨ ਦਿੱਤੀ ਵੀ ਇਹਨਾਂ ਦੀ ਸੀਸੀਟੀਵੀ ਫੁਟੇਜ ਕਢਾਈਆਂ ਜਾਣ, ਦੀ ਲੋਕੇਸ਼ਨਸ ਲਈਆਂ ਜਾਣ। ਤੁਸੀਂ ਇਹ ਵੇਖੋ ਵੀ ਜੱਜ ਦੇ ਸਾਹਮਣੇ ਬਾਂਹ ਤੋਂ ਫੜ ਕੇ ਲੈ ਗਿਆ ਡੀਐਸਪੀ ਤੇ ਐਸਐਚਓ ਏਐਸਆਈ ਮੁਖਤਿਆਰ ਸਿੰਘ ਨੂੰ, ਜਿਹਨੇ ਗਵਾਹੀ ਦੇਣੀ ਸੀ ਤੇ ਇਸ਼ਤਿਹਾਰੀ ਨੋਟਿਸ ਹੈ ਜਿਹੜਾ ਉਹ ਇਹ ਦੱਸਣਾ ਸੀ ਮੈਂ ਲਾ ਕੇ ਆਇਆ ਉਹਦੇ ਘਰ ਅੱਗੇ। ਔਰ ਇਹ ਕਿਹਾ ਗਿਆ ਕਿ ਉਹਦੀਆਂ ਪੀਓ ਪ੍ਰੋਸੀਡਿੰਗਸ ਰੋਕੀਆਂ ਜਾਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਜੱਜ ਨੂੰ ਐਜ਼ ਅ ਸਿਫਾਰਿਸ਼ ਇਹਨੇ ਪੁਲਿਸ ਤੋਂ ਲਿਖਵਾਇਆ, ਕੋਈ ਰਿਕੁਐਸਟ ਨਹੀਂ ਕੀਤੀ ਜੱਜ ਨੂੰ, ਕੋਈ ਕੁਝ ਨਹੀਂ ਕੀਤਾ ਕਿ ਮੇਰੀਆਂ ਪੀਓ ਪ੍ਰੋਸੀਡਿੰਗਸ ਬੰਦ ਕਰਨ ਦਾ ਤੁਹਾਨੂੰ ਆਰਡਰ ਦਿੱਤਾ ਜਾਂਦਾ ਹੈ। ਇੰਨਾ ਇਨਫਲੂਐਂਸ ਤੇ ਓਵਰ ਕੌਨਫੀਡੈਂਟ ਬੰਦਾ ਹੈ। ਅੱਛਾ, ਵੀਪੀ ਸਿੰਘ ਦੀ ਤੁਸੀਂ ਗੱਲ ਕਰਦੇ ਪਿਓ, ਹੁਣ ਜੇ ਪ੍ਰੈਜ਼ੈਂਟਲੀ ਹੁਣ ਦੀ ਗੱਲ ਕੀਤੀ ਜਾਵੇ ਤਾਂ ਹੁਣ ਪੀਓ ਨੇ ਵੀਪੀ ਸਿੰਘ, ਪੀਓ ਦੀਆਂ ਪ੍ਰੋਸੀਡਿੰਗਸ ਚੱਲ ਰਹੀਆਂ, ਤਰੀਕਾ ਪੈ ਰਹੀਆਂ। ਇਹ ਮੇਰੇ ਵਕੀਲ ਸਾਹਿਬ ਆਰਡਰ ਕਰਨਾ। ਅੱਛਾ, ਹੁਣ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਤੁਸੀਂ ਕਾਫੀ ਦੇਰ ਤੋਂ ਸੰਘਰਸ਼ ਕਰ ਰਹੇ ਹੋ, ਪੁਲਿਸ ਕੋਲ ਜਾ ਰਹੇ ਹੋ, ਔਰ ਹੁਣ ਤੁਸੀਂ ਕੋਰਟ ਦਾ ਸਹਾਰਾ ਲਿਆ, ਤੁਹਾਨੂੰ ਥ੍ਰੈਟ ਵੀ ਕੀਤਾ ਜਾ ਰਿਹਾ? ਸਰ ਮੈਨੂੰ ਥ੍ਰੈਟਿੰਗ ਕਾਲਸ ਆਉਣੀਆਂ ਸਟਾਰਟ ਹੋਈਆਂ ਸੀ 1/9/20 ਤੋਂ, ਤੇ ਉਦੋਂ ਹੀ ਮੈਂ ਇੱਕ ਐਪਲੀਕੇਸ਼ਨ ਫਿਰ ਮੂਵ ਕੀਤੀ ਸੀ ਡੀਜੀਪੀ ਸ਼ਾਮ ਨੂੰ ਮੈਨੂੰ ਧਮਕੀਆਂ ਦਿੱਤੀਆਂ ਗਈਆਂ। ਅਗਲੇ ਦਿਨ ਮੈਨੂੰ ਸਕਾਰਪੀਓ ਗੱਡੀ ਤੋਂ ਇਹਨੇ ਮਰਵਾਉਣ ਦੀ ਕੋਸ਼ਿਸ਼ ਕੀਤੀ, ਜਿਹੜਾ ਉਹ ਬੰਦਾ ਖੁਦ ਮੰਨ ਗਿਆ ਜਦੋਂ ਮੈਂ ਐਪਲੀਕੇਸ਼ਨ ਦਿੱਤੀ ਕਿ ਹਾਂ ਮੈਨੂੰ ਵੀਪੀ ਸਿੰਘ ਨੇ ਕਿਹਾ ਸੀਗਾ ਕਿ ਇਹ ਕੁੜੀ ਨੂੰ ਅਸੀਂ ਮਰਵਾਉਣਾ ਹੈ। ਜਾਨ ਤੋਂ ਮਾਰਨ ਦੀ ਧਮਕੀ। ਹੁਣ ਵੀ ਮੈਨੂੰ ਐਟ ਪ੍ਰੈਜ਼ੈਂਟ ਵੀ ਮੈਨੂੰ ਤੇ ਮੇਰੀ ਫੈਮਿਲੀ ਨੂੰ ਖਤਰਾ ਹੀ ਹੈ, ਕਿਸੇ ਵੀ ਟਾਈਮ ਮੈਨੂੰ ਕੁਝ ਕਰਵਾ ਸਕਦਾ ਹੈ, ਕਿਉਂਕਿ ਇਹਦੇ ਲਿੰਕ ਗੈਂਗਸਟਰਾਂ ਦੇ ਨਾਲ ਵੀ ਨੇ। ਜਿੰਨੇ ਵੀ ਗੈਂਗਸਟਰ ਜੈਪਾਲ ਭੁੱਲਰ ਅਗੇਨ ਸਾਰਿਆਂ ਨੂੰ ਇਹ ਘਰੇ ਸ਼ੈਲਟਰ ਦਿੰਦਾ ਰਿਹਾ ਆਪਦੇ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਕੋਰਟ ਦੇ ਵਿੱਚ ਮੈਟਰ ਚੱਲਦਾ ਪਿਆ। ਮੈਂ ਸਰ ਇਹੀ ਮੰਗ ਕਰਦੀ ਹਾਂ, ਬਾਕੀ ਤਾਂ ਮੇਰਾ ਸਾਰਾ ਕੇਸ ਹੈ ਜਿਹੜਾ ਕੋਰਟ ਦੇ ਵਿੱਚ ਹੈਗਾ ਹੀ ਹੈ, ਵੀ ਇਹਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ। ਇਹਨੂੰ ਕੋਈ ਵੀ ਪਲੀ ਇਹੋ ਜਿਹੀ ਨਾ ਦੇਵੇ ਕਿ ਇਹ ਸ਼ਰਮ ਘੁੰਮਦਾ ਫਿਰੋਜ਼ਪੁਰ ਦੇ ਵਿੱਚ। ਮੈਡਮ, ਅਗਰ ਜੇ ਗੱਲ ਕੀਤੀ ਜਾਵੇ ਉੱਥੋਂ ਦੇ ਲੋਕਲ ਵਿਧਾਇਕ ਨੇ ਪਰਮਿੰਦਰ ਸਿੰਘ ਪਿੰਕੀ, ਉਹਨਾਂ ਨੇ ਵੀ ਇਹ ਮੈਟਰ ਚੱਕਿਆ ਸੀ ਕੁਝ ਦਿਨ ਪਹਿਲਾਂ, ਤੇ ਉਹਨਾਂ ਵੱਲੋਂ ਵੀ ਸਿੱਧੇ ਇਹੀ ਐਲੀਗੇਸ਼ਨ। ਉਹਨਾਂ ਨੇ ਪਰਮਿੰਦਰ ਸਿੰਘ ਪਿੰਕੀ ਨੇ ਕੋਈ ਮੈਟਰ ਨਹੀਂ ਸੀ ਚੱਕਿਆ। ਮੈਂ ਐਸਐਸਪੀ ਸਾਹਿਬ ਕੋ ਪੇਸ਼ ਹੋਈ ਸੀ, ਉਹ ਆਪਦਾ ਕੋਈ ਕੰਮ ਆਏ ਹੋਏ ਸੀਗੇ। ਮੈਂ ਸਿਰਫ ਪਰਮਿੰਦਰ ਪਿੰਕੀ ਦੀ ਫੋਟੋ ਪੋਸਟਰਾਂ ਦੇ ਉੱਤੇ ਵੇਖੀ ਸੀ। ਮੈਂ ਪਹਿਲੀ ਵਾਰੀ ਫੇਸ ਕੀਤਾ ਉਸ ਇਨਸਾਨ ਨੂੰ, ਔਰ ਜਦੋਂ ਉਹਨਾਂ ਨੇ ਮੈਨੂੰ ਰੋਂਦੀ ਵੇਖਿਆ ਨਾ ਕਿ ਮੈਂ ਐਸਐਸਪੀ ਕੋ ਗਈ, ਉਹਨਾਂ ਨੇ ਪੁੱਛਿਆ ਬੇਟਾ ਤੈਨੂੰ ਕੀ ਪ੍ਰੋਬਲਮ ਹੈ। ਮੈਂ ਉਦੋਂ ਉਹਨਾਂ ਸਾਹਮਣੇ ਖੁੱਲ ਕੇ ਗੱਲ ਕੀਤੀ ਹੈ। ਇਹ ਸਿਰਫ ਇੱਕ ਹਾਈ ਕੋਰਟ ਦਾ ਤੇ ਸੈਸ਼ਨ ਕੋਰਟ ਦਾ ਧਿਆਨ ਪਾਸੇ ਕਰਨ ਦੇ ਲਈ ਇਹ ਸਾਰਾ
ਸਾਰਾ ਕੁਝ ਪਰਮਿੰਦਰ ਪਿੰਕੀ ਤੇ ਪਾ ਰਹੇ ਨੇ। ਮੈਨੂੰ ਕਿਸੇ ਨੇ ਹਜੇ ਤੱਕ ਵੀ ਮੇਰਾ ਕਿਸੇ ਨੇ ਕੁਝ ਨਹੀਂ ਕੀਤਾ, ਸਿਰਫ ਮੇਰੇ ਐਡਵੋਕੇਟ ਸਾਹਿਬ ਨੇ ਜਿਨ੍ਹਾਂ ਨੇ ਮੇਰੀ ਹੈਲਪ ਕੀਤੀ ਹੈ ਤੇ ਮੈਨੂੰ ਕੋਰਟ 'ਚ ਇਨਸਾਫ ਮਿਲਿਆ। ਤੁਸੀਂ ਲੜ ਰਹੇ ਹੋ ਲੜਾਈ ਬਕਾਇਦਾ, ਤੁਸੀਂ ਲੜੋਗੇ ਵੀ ਆਉਣ ਵਾਲੇ ਟਾਈਮ 'ਚ? ਮੈਂ ਅੱਗੇ ਵੀ ਲੜੂੰਗੀ, ਮੈਂ ਬੈਠਣ ਵਾਲਿਆਂ ਵਿੱਚੋਂ ਹੈ ਨਹੀਂ ਗੀ, ਕਿਉਂਕਿ ਜੋ ਸੋਚ ਕੇ ਇਹਨੇ ਮੇਰੇ ਨਾਲ ਇਹ ਵਾਰੀ ਹਰਕਤ ਕੀਤੀ ਹੈ ਨਾ, ਉਹ ਮੈਂ ਬੈਠਣ ਲਈ ਤਾਂ ਨਹੀਂ ਸੀ ਕੀਤੀ। ਹੁਣ ਇਹਨੂੰ ਜਿੱਥੇ ਤੱਕ ਇਹ ਚੱਲਦਾ ਮੈਂ ਮਗਰ ਹੀ ਮਗਰ ਹਾਂ, ਮੈਂ ਇਨਸਾਫ ਲੈ ਕੇ ਹਟਣਾ। ਮੈਂ ਸਿਰਫ ਇੱਕ ਇੱਥੇ ਇਸ ਕਰਕੇ ਆਈ ਹਾਂ ਵੀ ਇਹਨੂੰ ਅਰੈਸਟ ਕੀਤਾ ਜਾਵੇ, ਇਹਨੂੰ ਫ੍ਰੀਲੀ ਨਾ ਘੁੰਮਣ ਦਿੱਤਾ ਜਾਵੇ, ਬਾਕੀ ਸਾਰਾ ਕੁਝ ਕੋਰਟ 'ਚ ਹੋ ਜਾਊਗਾ। ਇਹ ਚੀਜ਼ ਮੈਨੂੰ ਗਵਰਨਮੈਂਟ ਜਾਂ ਇਲੈਕਸ਼ਨ ਕਮਿਸ਼ਨ ਹੀ ਦੇ ਸਕਦਾ, ਹੋਰ ਕੋਈ ਨਹੀਂ। ਤੁਹਾਡੇ ਘਰ ਦੇ ਬਿਲਕੁਲ ਸਾਹਮਣੇ ਘਰ ਆ ਉਹਨਾਂ ਦਾ? ਹਾਂਜੀ ਬਿਲਕੁਲ ਸਾਹਮਣੇ। ਕਿਵੇਂ ਜੀ ਐਕਟੀਵਿਟੀਜ਼ ਰਹਿੰਦੀਆਂ ਉਹਨਾਂ ਦੇ ਘਰ ਦੇ ਵਿੱਚ? ਵੀਪੀ ਸਿੰਘ ਦੀ ਖਾਸ ਤੌਰ ਤੇ ਜੇ ਗੱਲ ਕੀਤੀ ਜਾਵੇ, ਤੁਸੀਂ ਸਿੱਧਾ ਐਲੀਗੇਸ਼ਨ ਲਗਾ, ਮੰਤਰੀਆਂ ਦਾ ਆਉਣਾ ਜਾਣਾ, ਪੋਲੀਟੀਕਲੀ ਅਪਰੋਚਿਸ, ਪੁਲਿਸ ਦਾ ਆਉਣਾ ਜਾਣਾ, ਕੋਈ ਹਰੇਕ ਨਵਾਂ ਐਸਐਸਪੀ ਕੋਈ ਵੀ ਆਉਂਦਾ ਹੈ, ਕੋਈ ਵੀ ਨਵਾਂ ਐਸਐਸਪੀ ਆਉਂਦਾ ਹੈ, ਇਹਦੇ ਘਰੇ ਲੰਚ ਡਿਨਰ ਇਹਦੇ ਘਰੇ ਹੁੰਦਾ ਉਹਦਾ। ਇਹੋ ਜਿਹਾ ਮੈਡਮ ਉਹਦੇ ਚ ਕੀ ਹੈ? ਮੈਂ ਫਿਰ ਉਹੀ ਗੱਲ ਤੇ ਆਉਣਾ ਚਾਹੁੰਦਾ ਕਿ ਲੱਖ ਉਹ ਡੀਜੀਪੀ ਦਾ ਭਾਵੇਂ ਰਿਸ਼ਤੇਦਾਰ ਹੋਊਗਾ ਜਿਵੇਂ ਤੁਸੀਂ ਦੱਸਿਆ, ਬਟ ਇੰਨੀ ਕੀ ਅਪਰੋਚ ਹੈਗੀ ਉਹਦੇ ਕੋਲੋਂ ਕਿ ਸਾਰੇ ਮੰਤਰੀ ਉਹਨਾਂ ਕੋਲੋਂ ਆਉਂਦੇ ਨੇ, ਸਾਰੇ ਤਮਾਮ ਜਿਹੜੇ ਪੁਲਿਸ ਆਫੀਸਰਸ ਨੇ ਉਹਨਾਂ ਕੋਲੋਂ ਆਉਂਦੇ ਨੇ? ਅਜਿਹਾ ਕੀ ਕਿੰਨਾ ਕੁ ਰਸੂਖ ਹੈਗਾ ਉਹਦਾ? ਸਰ ਆਉਂਦੇ ਨਹੀਂਗੇ ਉਹਦੇ ਕੋਲ, ਡਰਦੇ ਨੇ, ਕਿਉਂਕਿ ਇਹ ਉਸ ਟਾਈਮ ਦਾ ਗੈਂਗਸਟਰਾਂ ਦੇ ਨਾਲ ਲਿੰਕ ਰੱਖ ਚੁੱਕਾ ਹੈ। ਜਦੋਂ ਦੰਗੇ ਵਗੈਰਾ ਹੁੰਦੇ ਸੀਗੇ ਉਦੋਂ ਇਹੀ ਦਲਾਲੀਆਂ ਕਰਦਾ ਸੀ, ਕੁੜੀਆਂ ਦੀਆਂ ਵੱਖਰੀਆਂ ਕਰਦਾ ਸੀ, ਲੋਕਾਂ ਦੇ ਮੁੰਡਿਆਂ ਦੀ ਵੱਖਰੀਆਂ ਕਰ ਜਾਂਦਾ ਸੀ। ਜਦੋਂ ਫੜੇ ਜਾਂਦੇ ਸੀਗੇ 50 ਲੱਖ ਦੇ ਦਿਓ ਤੇ 1 ਕਰੋੜ ਦੇ ਕੇ ਛਡਾ ਲਓ, ਬਸ ਇਹ ਕੰਮ ਸੀ ਇਹਦਾ। ਜਿੰਨਾ ਪੈਸਾ ਸੀ ਜਦੋਂ ਨੋਟਬੰਦੀ ਹੋਈ ਸੀ, ਸੇਖੋਂ ਸਾਹਿਬ ਦਾ ਸਾਰਾ ਪੈਸਾ ਇਹਨੇ ਐਡਜਸਟ ਕੀਤਾ। ਸੇਖੋਂ ਅਕਾਲੀ ਦਲ ਦਾ ਜਿਹੜਾ ਲੀਡਰ ਹੈ? ਹਾਂਜੀ ਬਿਲਕੁਲ। ਜਨਮੇਜਾ ਸਿੰਘ ਸੇਖੋਂ ਆਪਦੇ ਮੂੰਹ ਕਹਿੰਦਾ ਹੈ, ਮੈਂ ਸੁਣਿਆ ਕਿ ਮੈਂ ਉਹਨਾਂ ਦੇ ਸਾਈਨ ਆਪ ਮਾਰ ਲੈਣਾ ਜਦੋਂ ਸੇਖੋਂ ਸਾਹਿਬ ਉੱਥੇ ਫਿਰੋਜ਼ਪੁਰ ਦੇ ਵਿੱਚ ਨਹੀਂ ਹੁੰਦੇ। ਹੁਣ ਤੁਸੀਂ ਇਲੈਕਸ਼ਨ ਕਮਿਸ਼ਨ ਕੋਲੋਂ ਵੀ ਗਏ ਹੋ, ਪੰਜਾਬ ਇਲੈਕਸ਼ਨ ਕਮਿਸ਼ਨ ਨੂੰ ਤੁਸੀਂ ਕੰਪਲੇਂਟ ਕੀਤੀ ਹੈ, ਕੀ ਕਹਿੰਦਾ ਇਲੈਕਸ਼ਨ ਕਮਿਸ਼ਨ ਦਾ? ਕੀ ਕਹਿਣਾ? ਸਰ ਮੈਂ ਉਹਨਾਂ ਨੂੰ ਐਪਲੀਕੇਸ਼ਨ ਮੂਵ ਕੀਤੀ ਹੋਈ ਹੈ। ਮੈਂ ਸਿਰਫ ਇਹੀ ਕਹਿਣਾ ਚਾਹੁੰਦੀ ਹਾਂ ਇਲੈਕਸ਼ਨ ਕਮਿਸ਼ਨ ਨੂੰ, ਸਰ ਜਦੋਂ ਤੁਸੀਂ ਆਰਡਰ ਦਿੱਤੇ ਵੀ ਹਰੇਕ ਭਗੌੜੇ ਨੂੰ ਫੜਿਆ ਜਾਵੇ ਇਲੈਕਸ਼ਨਸ ਤੋਂ ਪਹਿਲਾਂ, ਤੇ ਇਹ ਰੇਪਿਸਟ ਕਿਵੇਂ ਖੁੱਲਾ ਫਿਰ ਰਿਹਾ, ਇਹ ਤੁਹਾਨੂੰ ਨਹੀਂ ਦਿਸ ਰਿਹਾ? ਮੈਂ ਸਿਰਫ ਇਹੀ ਕਹਿਣਾ ਹੀ ਹਾਂ, ਸਰ ਇਹਨੂੰ ਜਲਦੀ ਤੋਂ ਜਲਦੀ ਅਰੈਸਟ ਕਰਾਓ, ਇਹ ਮੈਨੂੰ ਖਰਾਬ ਕਰੂਗਾ, ਮੇਰੀ ਫੈਮਿਲੀ ਨੂੰ ਤੇ ਮੈਨੂੰ ਇਹਦੇ ਤੋਂ ਬਹੁਤ ਵੱਡਾ ਥ੍ਰੈਟ ਹੈ। ਬਹੁਤ ਧੰਨਵਾਦ। ਇਹ ਸਿਰਫ ਮੇਰੇ ਨਾਲ ਨਹੀਂ ਹੋਇਆ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ, ਇਹ ਫਿਰੋਜ਼ਪੁਰ ਦੀਆਂ ਕਈ ਕੁੜੀਆਂ ਨਾਲ ਹੋਇਆ। ਜਿੱਦਣ ਇਹਦੀ ਪ੍ਰਾਪਰਟੀ ਸੀਜ਼ ਹੋ ਗਈ ਉਦਣ ਸਾਰੀਆਂ ਕੁੜੀਆਂ ਨੇ ਇਹਦੀ ਕੰਪਲੇਂਟ ਕਰਨੀ ਆ, ਔਰ ਮੇਰਾ ਕੇਸ ਮੀਟੂ ਵਰਗਾ ਹੋਊਗਾ ਪੱਕਾ। ਠੇ ਸਾਈਨ ਕਰਕੇ ਇਹ ਕਿਸੇ ਨੂੰ ਕੁਝ ਨਹੀਂ ਪਤਾ। ਇਸ ਲੈਟਰ ਦਾ ਜਵਾਬ ਡੀਜੀਪੀ ਨੂੰ ਵੀ ਦੇਣਾ ਪਏਗਾ ਤੇ ਵੀਪੀ ਸਿੰਘ ਨੂੰ ਵੀ ਦੇਣਾ ਪੈਣਾ। ਸੋ ਇੱਕ ਪੀੜਿਤ ਮਹਿਲਾ ਵੱਲੋਂ ਇਨਸਾਫ ਲਈ ਦਰ ਦੀਆਂ ਠੋਕਰਾਂ ਖਾਈਆਂ ਜਾ ਰਹੀਆਂ ਨੇ। ਕਾਫੀ ਰਸੂਖਦਾਰਾਂ ਦੇ ਨਾਮ ਵੀ ਉਹਨਾਂ ਵੱਲੋਂ ਲਏ ਜਾ ਰਹੇ ਨੇ। ਹਾਲਾਂਕਿ ਸਿਧਾਰਥ ਚਟੋਪਾਧਿਆਏ ਭਾਵੇਂ ਹੁਣ ਪੰਜਾਬ ਦੇ ਡੀਜੀਪੀ ਨਹੀਂ ਨੇ, ਪਰ ਉਹਨਾਂ ਤੇ ਵੀ ਕਈ ਐਲੀਗੇਸ਼ਨ ਲੱਗ ਰਹੇ ਨੇ ਕਿ ਜਿਸ ਇਨਸਾਨ ਤੇ ਜਾਂ ਜਿਸ ਸ਼ਖਸ ਤੇ ਵੀਪੀ ਸਿੰਘ ਤੇ ਇਹਨਾਂ ਵੱਲੋਂ ਐਲੀਗੇਸ਼ਨ ਲਗਾਏ ਜਾ ਰਹੇ ਨੇ, ਉਹਨਾਂ ਦਾ ਕਿਤੇ ਨਾ ਕਿਤੇ ਰਿਸ਼ਤੇਦਾਰੀ ਡੀਜੀਪੀ ਦੇ ਨਾਲ ਹੋਣ ਕਰਕੇ ਨਾ ਤਾਂ ਪੁਲਿਸ ਇਨਸਾਫ ਦੇ ਰਹੀ ਹੈ ਅਤੇ ਨਾ ਹੀ ਇਹਨਾਂ ਨੂੰ ਕਿਤੋਂ ਇਨਸਾਫ ਮਿਲਦਾ ਪਿਆ, ਜਿਸ ਦੇ ਲਈ ਇਹਨਾਂ ਵੱਲੋਂ ਕੋਰਟ ਦਾ ਦਰਵਾਜ਼ਾ ਵੀ ਖਟਖਟਾਇਆ ਗਿਆ ਤੇ ਉਸ ਤੋਂ ਬਾਅਦ ਹੁਣ ਇਲੈਕਸ਼ਨ ਕਮਿਸ਼ਨ ਨੂੰ ਇਹਨਾਂ ਵੱਲੋਂ ਸ਼ਿਕਾਇਤ ਵੀ ਦਿੱਤੀ ਗਈ ਹੈ। ਹੁਣ ਦੇਖਣਾ ਇਹ ਹੋਊਗਾ ਕਿ ਇਨਸਾਫ ਪਾਉਣ ਦੇ ਲਈ ਆਖਿਰ ਇਸ ਮਹਿਲਾ ਨੂੰ ਕਦੋਂ ਇਨਸਾਫ ਮਿਲਦਾ ਹੈ ਤੇ ਇਨਸਾਫ ਪਾਉਣ ਲਈ ਹੋਰ ਕਿੰਨਾ ਸੰਘਰਸ਼ ਇਸ ਪੀੜਿਤ ਮਹਿਲਾ ਨੂੰ ਕਰਨਾ ਪਵੇਗਾ। ਕੈਮਰਾਮੈਨ ਜੈ ਦੇ ਨਾਲ ਪ੍ਰਹਲਾਦ ਸੰਗੇਲੀਆ ਦਾ ਸਟੋਰੀ ਟੀਵੀ ਚੰਡੀਗੜ੍ਹ।